ਹੈਲੋ ਸਟੂਡੈਂਟਸ, ਅੱਜ ਆਪਾਂ ਤੁਹਾਡਾ ਨੈਕਸਟ ਚੈਪਟਰ ਕਰ ਰਹੇ ਹਾਂਗੇ ਨਾਈਟ ਸੋਇਲ ਡਿਸਪੋਜ਼ਲ ਯਾਨੀ ਮਨੁੱਖੀ ਮਲ ਤਿਆਗ ਦਾ ਨਿਪਟਾਰਾ। ਇਸ ਵਿੱਚ ਆਪਾਂ ਅੱਜ ਇਸ ਦੇ ਡਿਫਰੈਂਟ ਟੌਪਿਕਸ ਬਾਰੇ ਗੱਲ ਕਰਾਂਗੇ। ਫਸਟ ਆਫ ਆਲ ਅੱਜ ਦੇ ਟੌਪਿਕ ਵਿੱਚ ਆਪਾਂ ਕੀ ਗੱਲ ਕਰ ਰਹੇ ਹਾਂਗੇ, ਕੰਸਟਰਕਸ਼ਨ ਆਫ ਡਿਫਰੈਂਟ ਟਾਈਪਸ ਆਫ ਲੈਟਰਿਨਸ ਐਂਡ ਦੇਅਰ ਯੂਜ਼ਜ਼, ਯਾਨੀ ਵੱਖ ਵੱਖ ਪ੍ਰਕਾਰ ਦੀਆਂ ਲੈਟਰਿਨਾਂ ਦਾ ਨਿਰਮਾਣ ਅਤੇ ਉਹਨਾਂ ਦੀ ਵਰਤੋਂ। ਫਸਟ ਆਫ ਆਲ ਗੱਲ ਕਰਦੇ ਹਾਂ ਡਿਫਰੈਂਟ ਟਾਈਪਸ ਆਫ ਲੈਟਰਿਨਸ, ਯਾਨੀ ਵੱਖੋ ਵੱਖਰੀ ਕਿਸਮ ਦੀਆਂ ਲੈਟਰਿਨਸ। ਸੋ ਸਟਾਰਟ ਕਰਦੇ ਹਾਂ। ਲੈਟਰਿਨ ਅਤੇ ਉਹਨਾਂ ਦੀ ਵਰਤੋਂ ਦੀਆਂ ਵੱਖੋ ਵੱਖਰੀਆਂ ਕਿਸਮਾਂ ਦਾ ਨਿਰਮਾਣ। ਵੱਖ ਵੱਖ ਕਿਸਮ ਦੀ ਲੈਟਰਿਨ ਅਤੇ ਉਹਨਾਂ ਨਾਲ ਜੁੜੀ ਜਾਣਕਾਰੀ ਅਲੱਗ ਅਲੱਗ ਹੁੰਦੀ ਹੈ। ਸੋ ਇਸੇ ਜਾਣਕਾਰੀ ਨੂੰ ਆਪਾਂ ਅੱਗੇ ਵਿਸਤਾਰਪੂਰਵਕ ਗੱਲ ਕਰਾਂਗੇ। ਫਸਟ ਆਫ ਆਲ ਯਾਨੀ ਲੈਟਰਿਨ ਦੀ ਕਿਸਮ ਦੀ ਗੱਲ ਕਰੀਏ ਤਾਂ ਫਸਟ ਆਫ ਆਲ ਗੱਲ ਕਰਦੇ ਹਾਂ ਪੇਲ ਸਿਸਟਮ। ਇਸ ਕਿਸਮ ਦੀ ਲੈਟਰਿਨ ਵਿੱਚ ਇੱਕ ਢੱਕੇ ਹੋਏ ਪਾਇਲ ਨੂੰ ਲੈਟਰਿਨ ਵਿੱਚ ਰੱਖਿਆ ਜਾਂਦਾ ਹੈ ਅਤੇ ਪੇਲ ਨੂੰ ਬਾਅਦ ਵਿੱਚ ਢੱਕਿਆ ਜਾਂਦਾ ਹੈ। ਜਦੋਂ ਪਾਇਲ ਭਰ ਜਾਂਦੀ ਹੈ ਤਾਂ ਨਿਕਾਸੀ ਨੇੜੇ ਦੇ ਖੇਤ ਜਾਂ ਖੁੱਲ੍ਹੀ ਜਗ੍ਹਾ ਵਿੱਚ ਸੁੱਟ ਦਿੱਤੀ ਜਾਂਦੀ ਹੈ। ਐਕਸਕ੍ਰੈਟ ਦਾ ਇਹ ਤਰੀਕਾ ਜ਼ਿਆਦਾ ਮਸ਼ਹੂਰ ਨਹੀਂ ਹੋਇਆ। ਇਹ ਇਸ ਲਈ ਸੀ ਕਿ ਸਫਾਈ ਕਰਨ ਵਾਲਿਆਂ ਲਈ ਇਹ ਢੰਗ ਮੁਸ਼ਕਲ ਹੋਇਆ। ਜੇ 1 ਜਾਂ 2 ਦਿਨਾਂ ਵਿੱਚ ਇਹ ਸਫਾਈ ਨਾ ਕਰੀ ਜਾਵੇ ਤਾਂ ਮੱਛਰ ਅਤੇ ਮੱਖੀਆਂ ਪੈਦਾ ਹੋ ਜਾਂਦੀਆਂ ਹਨ। ਸੈਕਿੰਡ, ਡੀਪ ਟਰੰਚ ਲੈਟਰਿਨ ਯਾਨੀ ਡੂੰਘੀ ਖਾਈ ਵਾਲੀ ਲੈਟਰਿਨ। ਡੂੰਘੀ ਖਾਈ ਵਾਲੀ ਲੈਟਰਿਨ 60 ਤੋਂ 90 ਮੀਟਰ ਡੂੰਘੀ ਅਤੇ 90 ਤੋਂ 120 ਮੀਟਰ ਚੌੜੀ ਹੁੰਦੀਆਂ ਹਨ। ਇਹ ਆਇਤਾਕਾਰ ਸਰਕੂਲਰ ਸ਼ਕਲ ਵਰਗ ਦੇ ਹੁੰਦੇ ਹਨ। ਛੇਕ ਲੱਕੜ ਦੇ ਤਖਤੇ ਦੇ ਕੇਂਦਰ ਵਿੱਚ ਬਣੇ ਹੁੰਦੇ ਹਨ ਅਤੇ ਇਸ ਨੂੰ ਟੋਏ ਦੇ ਉੱਪਰ ਰੱਖਿਆ ਜਾਂਦਾ ਹੈ। ਡੂੰਘੀ ਖਾਈ ਲੈਟਰਿਨ ਤਿੰਨੋਂ ਪਾਸਿਓਂ ਟੀਨ ਦੀਆਂ ਚਾਦਰਾਂ ਨਾਲ ਢਕੀ ਹੁੰਦੀ ਹੈ। ਮਨੁੱਖੀ ਨਿਕਾਸੀ ਡੂੰਘੀ ਖਾਈ ਦੀਆਂ ਲੈਟਰਿਨਾਂ ਵਿੱਚ ਘਾਹ ਅਤੇ ਮਿੱਟੀ ਨਾਲ ਢੱਕ ਦਿੱਤੀ ਜਾਂਦੀ ਹੈ। ਖਾਈ ਵਾਲੇ ਲੈਟਰਿਨਾਂ ਦੀ ਜਗ੍ਹਾ 6 ਮਹੀਨਿਆਂ ਬਾਅਦ ਜਾਂ ਟੋਏ ਦੇ ਭਰ ਜਾਣ ਤੋਂ ਬਾਅਦ ਤਬਦੀਲ ਕਰ ਦਿੱਤੀ ਜਾਂਦੀ ਹੈ। ਡੂੰਘੀ ਖਾਈ ਵਾਲੀ ਲੈਟਰਿਨ ਖੁੱਲ੍ਹੀ ਲੈਟਰਿਨ ਨਾਲੋਂ ਵਧੀਆ ਹਨ। ਜਿੰਨੇ ਵੀ ਇਹ ਸਾਫ਼ ਲੈਟਰਿਨ ਦੀ ਜ਼ਰੂਰਤ ਨੂੰ ਪੂਰਾ ਨਹੀਂ ਕਰਦੇ। 6 ਮਹੀਨਿਆਂ ਬਾਅਦ ਲੈਟਰਿਨ ਦੀ ਜਗ੍ਹਾ ਨੂੰ ਬਦਲਣਾ ਮੁਸ਼ਕਿਲ ਹੈ, ਇਸ ਲਈ ਖਾਈ ਦੀ ਲੈਟਰਿਨ ਦੀ ਉਪਯੋਗਤਾ ਸੀਮਤ ਰਹੀ, ਅਰਥਾਤ ਇਸ ਨੂੰ ਵਧੇਰੇ ਪ੍ਰਸਿੱਧੀ ਨਹੀਂ ਮਿਲੀ। ਥਰਡ, ਬੋਰਹੋਲ ਲੈਟਰਿਨ। ਇਸ ਨੂੰ ਆਜ਼ਾਦੀ ਤੋਂ ਪਹਿਲਾਂ ਕੋਲਕਾਤਾ ਦੇ ਆਲ ਇੰਡੀਆ ਸਫਾਈ ਅਤੇ ਪਬਲਿਕ ਹੈਲਥ ਇੰਸਟੀਚਿਊਟ ਦੀ ਸਹਾਇਤਾ ਨਾਲ ਵਿਕਸਿਤ ਕੀਤਾ ਗਿਆ ਸੀ। ਬੋਰਹੋਲ ਲੈਟਰਿਨਾਂ ਵਿੱਚ 40 ਸੈਂਟੀਮੀਟਰ ਦੇ ਵਿਆਸ ਨਾਲ ਇੱਕ ਮੋਰੀ ਹੁੰਦੀ ਹੈ। ਇਹ ਖੁਦਾਈ ਉਪਕਰਨਾਂ ਦੀ ਵਰਤੋਂ ਕਰਦਿਆਂ 6 ਤੋਂ 8 ਮੀਟਰ ਦੀ ਡੂੰਘਾਈ ਤੱਕ ਪੁੱਟਿਆ ਜਾਂਦਾ ਹੈ। ਲੈਟਰਿਨ ਦੀ ਸਤਹ ਅਤੇ ਸੁਪਰ ਢਾਂਚਾ ਵੀ ਬਣਾਇਆ ਜਾਂਦਾ ਹੈ। ਇਸ ਕਿਸਮ ਦੀ ਲੈਟਰਿਨ ਅਫਰੀਕਾ, ਦੱਖਣੀ ਅਤੇ ਵੈਸਟਰਨ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਪ੍ਰਸਿੱਧ ਹੈ। ਇਸ ਕਿਸਮ ਦੀ ਲੈਟਰਿਨ ਦਾ ਨੁਕਸਾਨ ਇਹ ਹੈ ਕਿ ਖਾਈ ਟੋਏ ਦੀਆਂ ਕੰਧਾਂ ਰਹਿ ਜਾਣ ਦਾ ਖਤਰਾ ਹੁੰਦਾ ਹੈ, ਯਾਨੀ ਵਹਿ ਜਾਣ ਦਾ ਖਤਰਾ ਹੁੰਦਾ ਹੈ। ਇਹ ਵਿਧੀ ਨੇੜਲੇ ਇਲਾਕਿਆਂ ਦੇ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰ ਦਿੰਦੀ ਹੈ। ਬੋਰਹੋਲ ਲੈਟਰਿਨ ਮੱਖੀਆਂ ਦੇ ਮੁੱਖ ਸਰੋਤ ਹੈ ਜੋ ਕਈ ਕਿਸਮ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀਆਂ ਹਨ। ਫੋਰਥ ਗੱਲ ਕਰਦੇ ਹਾਂ ਡੱਗ ਵੈੱਲ ਲੈਟਰਿਨਸ। ਡੱਗ ਵੈੱਲ ਲੈਟਰਿਨ ਬਣਾਉਣ ਦਾ ਕੰਮ ਬੋਰਹੋਲ ਲੈਟਰਿਨ ਦੇ ਸਮਾਨ ਹੈ। ਟੋਏ ਖੂਹ ਦੇ ਲੈਟਰਿਨ ਦੇ ਟੋਏ ਵੀ ਖੂਹ ਵਰਗੇ ਹੁੰਦੇ ਹਨ। ਟੋਏ ਦੀਆਂ ਕੰਧਾਂ ਕੰਕਰੀਟ ਦੀਆਂ ਬਣੀਆਂ ਹੁੰਦੀਆਂ ਹਨ ਤਾਂ ਜੋ ਉਹਨਾਂ ਨੂੰ ਤੋੜਨ ਤੋਂ ਰੋਕਿਆ ਜਾ ਸਕੇ। ਪਲੇਟ ਨੂੰ ਬੈਠਣ ਲਈ ਟੋਏ ਦੇ ਉੱਪਰ ਨਿਸ਼ਚਿਤ ਕੀਤਾ ਜਾਂਦਾ ਹੈ। ਇਸ ਦੇ ਆਲੇ ਦੁਆਲੇ ਇੱਕ ਢਾਂਚਾ ਉਸਾਰਿਆ ਜਾਂਦਾ ਹੈ ਤਾਂ ਜੋ ਕਿਸੇ ਵਿਅਕਤੀ ਦੀ ਗੋਪਨੀਯਤਾ ਬਣਾਈ ਰੱਖੀ ਜਾ ਸਕੇ। ਪੁੱਟੇ ਟੋਏ ਦੇ ਪਖਾਨਿਆਂ ਦਾ ਨਿਰਮਾਣ ਕਾਫ਼ੀ ਮਹਿੰਗਾ ਹੁੰਦਾ ਹੈ। ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੋਣ ਦਾ ਖਤਰਾ ਹੈ, ਜਿਵੇਂ ਬੋਰਹੋਲ ਲੈਟਰਿਨ ਦੀ ਸਥਿਤੀ ਵਿੱਚ ਹੈ। ਇਸ ਲਈ ਭਾਰਤ ਵਿੱਚ ਇਹਨਾਂ ਪਖਾਨਿਆਂ ਦੀ ਵਰਤੋਂ ਕਾਫ਼ੀ ਸੀਮਤ ਹੈ। ਫਿਫਥ ਗੱਲ ਕਰਦੇ ਹਾਂ ਪ੍ਰੀਵੀ ਸਿਸਟਮ। ਜ਼ਮੀਨ ਤੋਂ ਘੱਟੋ ਘੱਟ 0.75 ਮੀਟਰ ਦੀ ਡੂੰਘਾਈ ਦੇ ਨਾਲ ਇੱਕ ਵੱਡੇ ਆਕਾਰ ਦੇ ਚਿੱਕੜ ਦੇ ਘੜੇ ਨੂੰ ਟੋਏ ਦੇ ਅੰਦਰ ਰੱਖਿਆ ਜਾਂਦਾ ਹੈ।
ਘੜੇ ਦੇ ਵਿਚਕਾਰ ਪਾਈਪ ਨੂੰ ਜੋੜਨ ਲਈ ਇੱਕ ਮੋਰੀ ਬਣਾਈ ਜਾਂਦੀ ਹੈ। ਸੜਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਘੋੜੇ ਦੀ ਰਹਿੰਦ ਖੂੰਹਦ ਦੀ ਇੱਕ ਪਰਤ ਤਲ 'ਤੇ ਫੈਲਾ ਦਿੱਤੀ ਜਾਂਦੀ ਹੈ। ਹਫ਼ਤੇ ਵਿੱਚ ਇੱਕ ਵਾਰ ਵਰਾਈਨ ਘੋਲ ਦੀ ਵਰਤੋਂ ਨਾਲ ਗੰਦਗੀ ਸਾਫ਼ ਕੀਤੀ ਜਾਂਦੀ ਹੈ। ਜਦੋਂ ਘੜਾ ਭਰ ਜਾਂਦਾ ਹੈ ਤਾਂ ਇਹ 2 ਸਾਲਾਂ ਲਈ ਬੰਦ ਹੁੰਦਾ ਹੈ ਅਤੇ ਇੱਕ ਹੋਰ ਪ੍ਰੀਵੀ ਸਿਸਟਮ ਬਣਾਇਆ ਜਾਂਦਾ ਹੈ। ਇਹ ਕੋਵਨ ਕਿਸਮ ਦੀ ਲੈਟਰਿਨ ਹੈ ਜੋ ਇਸ ਦੇ ਨਾਲ ਵਰਤੀ ਜਾਂਦੀ ਹੈ। ਇਸ ਕਿਸਮ ਦੀ ਲੈਟਰਿਨ ਗੰਦੀ ਰਹਿੰਦੀ ਹੈ ਅਤੇ ਇਸ ਵਿੱਚ ਬਦਬੂ ਆਉਂਦੀ ਰਹਿੰਦੀ ਹੈ, ਇਸ ਲਈ ਇਸ ਦੀ ਵਰਤੋਂ ਸ਼ੁਰੂ ਤੋਂ ਹੀ ਸੀਮਤ ਸੀ। ਹਾਲਾਂਕਿ ਇਹ ਅਜੇ ਵੀ ਪਛੜੇ ਦੇਸ਼ਾਂ ਦੇ ਕੁਝ ਪੇਂਡੂ ਖੇਤਰਾਂ ਵਿੱਚ ਪ੍ਰਸਿੱਧ ਹੈ। 6 ਗੱਲ ਕਰਦੇ ਆਪਾਂ ਬੜਾਪਲੀ ਕਿਸਮ ਦੀ ਲੈਟਰਿਨ। ਡਾਕਟਰ ਐਡਵਿਨ ਅਵਾਰਡ ਨੇ ਵਾਤਾਵਰਣ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਦੇ ਉੜੀਸਾ ਦੇ ਬੜਾਪਲੀ ਪਿੰਡ ਵਿੱਚ ਟੋਇਆਂ ਦੀ ਕਿਸਮ ਦੇ ਪ੍ਰਸਤਾਵ ਰੱਖੇ। ਇਸ ਕਿਸਮ ਦੀ ਲੈਟਰਿਨ ਲਈ 200 ਵਰਗ ਫੁੱਟ ਜ਼ਮੀਨ ਦੀ ਜ਼ਰੂਰਤ ਸੀ। ਬੜਾਪਲੀ ਕਿਸਮ ਦੀ ਲੈਟਰਿਨ ਦਾ ਵਿਆਸ 75 ਸੈਂਟੀਮੀਟਰ ਅਤੇ ਡੂੰਘਾਈ 90 ਤੋਂ 150 ਸੈਂਟੀਮੀਟਰ ਹੁੰਦੀ ਹੈ। ਇਸ ਕਿਸਮ ਦੀ ਲੈਟਰਿਨ ਲਈ ਪਾਣੀ ਦੀ ਨਿਕਾਸੀ ਅਤੇ ਹੱਥ ਧੋਣ ਦੀ ਆਗਿਆ ਹੁੰਦੀ ਹੈ। ਟਾਇਲਟ ਵਿੱਚ ਕੰਟੇਨਰ ਰੱਖਿਆ ਜਾਂਦਾ ਹੈ। ਇਸ ਦੀ ਸਫਾਈ ਲਈ ਇੱਕ ਝਾੜੂ ਪ੍ਰਦਾਨ ਕੀਤਾ ਜਾਂਦਾ ਹੈ। 7 ਗੱਪੂਰੀ ਕਿਸਮ ਦੀ ਲੈਟਰਿਨ। ਗੱਪੂਰੀ ਕੰਪੋਸਟ ਲੈਟਰਿਨ ਦੀ ਇੱਕ ਕਿਸਮ ਹੈ। ਇਸ ਦੀਆਂ 2 ਟੈਂਕੀਆਂ ਹਨ ਜੋ ਜ਼ਮੀਨ ਦੇ ਉੱਪਰ ਬਣੀਆਂ ਹੁੰਦੀਆਂ। ਗੱਪੂਰੀ ਲੈਟਰਿਨ ਵਿੱਚ ਵਰਤੇ ਜਾਣ ਵਾਲੇ ਪੈਨ ਜਾਂ ਡੱਬੇ ਵਿੱਚ ਇੱਕ ਚੱਲਣ ਵਾਲੀ ਸੀਟ ਦਿੱਤੀ ਜਾਂਦੀ ਹੈ ਤਾਂ ਜੋ ਪੈਨ ਵਿੱਚ ਇਕੱਠੀ ਕੀਤੀ ਗਈ ਨਿਕਾਸੀ ਨੂੰ ਸੁਆਹ, ਪੱਤੇ ਅਤੇ ਮਿੱਟੀ ਨਾਲ ਢੱਕਿਆ ਜਾ ਸਕੇ। ਇਹ ਹੋਰ ਪਰੰਪਰਾਗਤ ਢੰਗ ਵਾਂਗ ਹੀ ਬਾਹਰ ਕੱਢਣ ਦਾ ਇਸ ਦਾ ਢੰਗ ਸੁਰੱਖਿਅਤ ਨਹੀਂ ਹੈ। ਇਹ ਮੱਖੀਆਂ ਦੇ ਪ੍ਰਜਨਨ ਦਾ ਖਤਰਾ ਹੁੰਦੀ ਹੈ। 8 ਸੋਫਾ ਸੈਂਡਜ਼ ਲੈਟਰਿਨ। ਇਹ ਇੱਕ ਖਾਦ ਦੀ ਕਿਸਮ ਦਾ ਇੱਕ ਖਾਨਾ ਵੀ ਹੈ ਜੋ ਮਹਾਰਾਸ਼ਟਰ ਵਿੱਚ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਸੋਫਾ ਸੈਂਡਜ਼ ਲੈਟਰਿਨ ਦੇ ਕੰਟੇਨਰ ਜਾਂ ਕੰਧ ਕੰਕਰੀਟ ਦੇ ਬਣੇ ਹਨ। ਇਸ ਕਿਸਮ ਦੀ ਲੈਟਰਿਨ ਵਿੱਚ ਟੀਨ ਫਲੈਟ ਵਾਲੀ ਇੱਕ ਤਿੱਖੀ ਸਲੈਂਟਿੰਗ ਪਾਈਪ ਪ੍ਰਦਾਨ ਕੀਤੀ ਜਾਂਦੀ ਹੈ। ਟੀਨ ਫਲੈਟ ਲੈਟਰਿਨ ਵਿੱਚੋਂ ਨਿਕਲ ਰਹੀ ਬਦਬੂ ਨੂੰ ਰੋਕਦਾ ਹੈ। ਇਹ ਮੱਖੀਆਂ ਅਤੇ ਮੱਛਰਾਂ ਦੇ ਪ੍ਰਜਨਨ ਨੂੰ ਵੀ ਰੋਕਦਾ ਹੈ। ਸੈਂਡਰਸ ਲੈਟਰਿਨ ਦੇ ਟੋਇਆਂ ਨੂੰ 2 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਅਤੇ ਦੋਵਾਂ ਹਿੱਸਿਆਂ ਵਿੱਚ ਸ਼ਾਮਲ ਹੋਣ ਲਈ ਇੱਕ ਵਾਈ ਸ਼ੀਲਡ ਪਾਈਪ ਦੀ ਵਰਤੋਂ ਕੀਤੀ ਗਈ ਹੈ। ਜਦੋਂ ਟੋਏ ਪੂਰੀ ਤਰ੍ਹਾਂ ਭਰ ਜਾਂਦੇ ਹਨ ਤਾਂ ਇੱਕ ਟੀਨ ਦੀ ਚਾਦਰ ਨਾਲ ਇਹਨਾਂ ਨੂੰ ਢੱਕ ਦਿੱਤਾ ਜਾਂਦਾ ਹੈ। ਜਦੋਂ ਮਨੁੱਖੀ ਉਪਚਾਰ ਖਾਦ ਵਿੱਚ ਤਬਦੀਲ ਹੋ ਜਾਂਦਾ ਹੈ ਤਦ ਇਸ ਨੂੰ ਬਾਹਰ ਕੱਢ ਕੇ ਖੇਤਾਂ ਵਿੱਚ ਫੈਲਾਇਆ ਜਾਂਦਾ ਹੈ। ਇਹ ਤਰੀਕਾ ਬਹੁਤਾ ਪ੍ਰਸਿੱਧ ਨਹੀਂ ਹੈ। ਉਸ ਤੋਂ ਬਾਅਦ 9th ਗੱਲ ਕਰਦੇ ਹਾਂ ਵੈਂਟੀਲੇਟਡ ਇੰਪਰੂਵਡ ਪਿਟ ਲੈਟਰਿਨ ਯਾਨੀ VIP ਲੈਟਰਿਨਸ। VIP ਲੈਟਰਿਨ ਰੁਦਰੋਸ਼ੀਆ ਦੇ ਵਿਕਸਿਤ ਲੈਟਰਿਨਾਂ ਦੀ ਸ਼੍ਰੇਣੀ ਦੇ ਅਧੀਨ ਆਉਂਦੀਆਂ ਹਨ। ਇਸ ਵਿੱਚ ਐਰੋਬਿਕ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਇੱਕ ਚੱਕਰ ਕਿਸਮ ਦਾ ਉਪਕਰਨ ਹੈ। ਇਹ ਲੈਟਰਿਨ ਸੀਟ ਅਤੇ ਵੈਂਟ ਪਾਈਪ ਦੇ ਮੱਧ ਵਿੱਚ ਰੱਖਿਆ ਜਾਂਦਾ ਹੈ। VIP ਲੈਟਰਿਨ ਕਈ ਹੋਰ ਕਿਸਮਾਂ ਦੀਆਂ ਹੁੰਦੀਆਂ ਹਨ ਜਿਵੇਂ ਵੈਂਟੀਲੇਟਡ ਇੰਪਰੂਵਡ ਡਬਲ ਪਿਟ ਲੈਟਰਿਨ, ROEC ਲੈਟਰਿਨ ਆਦਿ। ਇਹ ਲੈਟਰਿਨ ਦੀ VIP ਲੈਟਰਿਨ ਦੇ ਸਮਾਨ ਹਨ। ਡਬਲ ਪਿਟ ਲੈਟਰਿਨ ਵਿੱਚ 2 ਟੋਏ ਹੁੰਦੇ ਹਨ ਜਦੋਂ ਕਿ VIP ਲੈਟਰਿਨ ਵਿੱਚ ਸਿਰਫ ਇੱਕ ਟੋਆ ਹੁੰਦਾ ਹੈ। ROEC ਲੈਟਰਿਨ ਦਾ ਟੋਆ ਧਰਤੀ ਦੇ ਉੱਪਰ ਅਤੇ ਮਨੁੱਖੀ ਨਿਕਾਸ ਨੂੰ ਨਾਲੀਆਂ ਅਤੇ ਪਾਈਪਾਂ ਰਾਹੀਂ ਟੋਏ ਤੱਕ ਲਿਜਾਇਆ ਜਾਂਦਾ ਹੈ। VIP ਲੈਟਰਿਨ ਇੱਕ ਪਾਣੀ ਰਹਿਤ ਢੰਗ ਹੈ ਜਿਸ ਦਾ ਮਤਲਬ ਹੈ ਮਲ ਦੇ ਨਿਕਾਸ ਲਈ। ਇਸ ਲਈ ਇਹ ਰਵਾਇਤੀ ਟੋਏ ਲੈਟਰਿਨਾਂ ਨਾਲੋਂ ਵਧੀਆ ਹਨ। ਇਹ ਮੱਛਰਾਂ ਅਤੇ ਮੱਖੀਆਂ ਦੇ ਪ੍ਰਜਨਨ ਦੇ ਖਤਰੇ ਨੂੰ ਘੱਟ ਕਰਦਾ ਹੈ। ਹਾਲਾਂਕਿ ਇਸ ਕਿਸਮ ਦੀ ਲੈਟਰਿਨ ਵਿੱਚ ਵਧੇਰੇ ਸਫਾਈ ਦੀ ਜ਼ਰੂਰਤ ਹੁੰਦੀ ਹੈ। ਸਫਾਈ ਦੀ ਅਣਹੋਂਦ ਨਾਲਿਆਂ ਵਿੱਚ ਬਦਬੂ ਆ ਸਕਦੀ ਹੈ। ਸੀਟ ਅਤੇ ਹਵਾਦਾਰੀ ਪ੍ਰਣਾਲੀ 'ਚ ਮੱਛਰਾਂ ਅਤੇ ਮੱਖੀਆਂ ਦੇ ਪ੍ਰਜਨਨ ਦੀ ਸੰਭਾਵਨਾ ਵੱਧ ਸਕਦੀ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ 10th ਵਾਟਰ ਸੀਲ ਲੈਟਰਿਨ। ਭਾਰਤ ਵਿੱਚ ਲੱਖਣ ਦੀ ਯੋਜਨਾਬੰਦੀ ਅਤੇ ਖੋਜ ਇੰਸਟੀਚਿਊਟ ਦੇ ਟੈਸਟਿੰਗ ਅਤੇ ਖੋਜ ਦੇ ਲੰਬੇ ਅਰਸੇ ਤੋਂ ਬਾਅਦ ਇੱਕ ਪੈਨ ਅਤੇ ਇੱਕ ਜਾਲ ਦੇ ਨਾਲ ਹੈਂਡ ਫਲੱਸ਼ ਵਾਟਰ ਸੀਲਡ ਲੈਟਰਿਨ ਦਾ ਡਿਜ਼ਾਈਨ ਵਿਕਸਿਤ ਕੀਤਾ ਗਿਆ। ਉਹ ਪਾਣੀ ਦੀ ਮੋਹਰ ਵਾਲੀ ਲੈਟਰਿਨ ਮੁੱਖ ਤੌਰ 'ਤੇ 2 ਕਿਸਮਾਂ ਦੀਆਂ ਹੁੰਦੀਆਂ ਹਨ।
ਪਹਿਲੀ ਫੋਰਨ ਟਾਈਪ ਲੈਟਰਿਨ ਯਾਨੀ ਵਿਦੇਸ਼ੀ ਕਿਸਮ ਦੀ ਲੈਟਰਿਨ। ਵਿਦੇਸ਼ੀ ਕਿਸਮ ਦੀ ਲੈਟਰਿਨ ਸਿੱਧੀ ਕਿਸਮ ਦੇ ਪਾਣੀ ਨਾਲ ਸੀਲ ਕੀਤੀ ਲੈਟਰਿਨ ਦਾ ਇੱਕ ਡਿਜ਼ਾਈਨ ਹੈ। ਲੈਟਰਿਨ ਦੀ ਸੀਟ ਟੋਏ ਦੇ ਉੱਪਰ ਰੱਖੀ ਜਾਂਦੀ ਹੈ ਅਤੇ ਇੱਕ ਹੋਰ ਟੋਆ ਮੌਜੂਦਾ ਟੋਏ ਦੇ ਆਉਣ ਤੋਂ ਬਾਅਦ ਪੁੱਟਿਆ ਜਾਂਦਾ ਹੈ। ਪਹਿਲੇ ਟੋਏ ਵਿੱਚ ਪਾਇਆ ਹੋਇਆ ਗੰਦਗੀ ਲੰਬੇ ਸਮੇਂ ਲਈ ਰੱਖੀ ਜਾਂਦੀ ਹੈ ਤਾਂ ਜੋ ਖਾਦ ਵਿੱਚ ਤਬਦੀਲ ਹੋ ਸਕੇ ਅਤੇ ਬਾਅਦ ਵਿੱਚ ਇਸ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕੇ। 1940 ਅਤੇ 50 ਦੇ ਦਹਾਕਿਆਂ ਵਿੱਚ ਵਿਦੇਸ਼ੀ ਕਿਸਮ ਦੀਆਂ ਲੈਟਰਿਨਾਂ ਪੇਂਡੂ ਖੇਤਰਾਂ ਤੱਕ ਹੀ ਸੀਮਤ ਸਨ। 2 ਪਿਟ ਪ੍ਰਣਾਲੀ ਕਾਰਨ ਇਸ ਕਿਸਮ ਦੀ ਲੈਟਰਿਨ ਸ਼ਹਿਰਾਂ ਵਿੱਚ ਪ੍ਰਸਿੱਧ ਨਹੀਂ ਹੋ ਸਕੀ। ਸੈਕਿੰਡ ਹੁੰਦੀ ਆ RCA ਲੈਟਰਿਨ। RCA ਲੈਟਰਿਨ ਪਾਣੀ ਦੀ ਮੋਹਰ ਬਾਰੇ ਲੈਟਰਿਨਾਂ ਦਾ ਸਭ ਤੋਂ ਪ੍ਰਸਿੱਧ ਅਤੇ ਸੁਰੱਖਿਅਤ ਡਿਜ਼ਾਈਨ ਹੈ। ਇਸ ਕਿਸਮ ਦੀ ਲੈਟਰਿਨ ਦੀ ਸੀਟ ਟੋਏ ਤੋਂ ਬਹੁਤ ਦੂਰ ਹੈ। ਟੋਆ ਅਤੇ ਸ਼ੀਟ ਪਾਈਪ ਨਾਲ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ। ਡਰੇਨ ਨੂੰ ਸੀਟ ਤੋਂ ਪਾਣੀ ਦੇ ਨਾਲ ਟੋਏ ਵੱਲ ਵਗਣ ਦੀ ਆਗਿਆ ਦਿੱਤੀ ਜਾਂਦੀ ਹੈ। RCA ਲੈਟਰਿਨ ਅਜੇ ਵੀ ਵਰਤੋਂ ਵਿੱਚ ਹਨ। ਉਹਨਾਂ ਦੀ ਵਰਤੋਂ ਬਹੁਤ ਆਮ ਹੈ। ਹੁਣ ਗੱਲ ਕਰਦੇ ਹਾਂ ਆਪਾਂ 11th ਹੁੰਦਾ ਸੈਪਟਿਕ ਟੈਂਕ। ਇਹ ਲੈਟਰਿਨ ਫਲੱਸ਼ ਕਿਸਮ ਦੀ ਹੈ। ਇਹ ਕੰਕਰੀਟ ਤੋਂ ਬਣੀ ਹੁੰਦੀ ਹੈ। ਐਂਟੀਰੇਟਾ ਨੂੰ ਫਲੱਸ਼ ਕੀਤਾ ਜਾਂਦਾ ਹੈ ਅਤੇ ਪਾਈਪ ਦੁਆਰਾ ਕਮਰੇ ਵਿੱਚ ਡੋਲਿਆ ਜਾਂਦਾ ਹੈ। ਚੈਂਬਰ ਇੱਟਾਂ ਜਾਂ ਕੰਕਰੀਟ ਦਾ ਬਣਿਆ ਹੁੰਦਾ ਹੈ। ਇਸ ਵਿੱਚ ਇੱਕ ਜਾਲ ਫਿੱਟ ਕੀਤਾ ਜਾਂਦਾ ਹੈ ਤਾਂ ਕਿ ਚੈਂਬਰ ਤੋਂ ਬਦਬੂ ਤੋਂ ਬਚਿਆ ਜਾ ਸਕੇ। ਸੈਪਟਿਕ ਟੈਂਕ ਨੂੰ 2 ਪਾਸਿਆਂ ਤੋਂ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ। ਸੀਵਰੇਜ ਦਾ ਕੂੜਾ ਇੱਕ ਪਾਸੇ ਤੋਂ ਦਾਖਲ ਹੁੰਦਾ ਅਤੇ ਤਰਲ ਕੂੜਾ ਦੂਸਰੇ ਪਾਸਿਓਂ ਬਾਹਰ ਆ ਜਾਂਦਾ ਹੈ। ਜਦੋਂ ਕਿ ਠੋਸ ਕੂੜਾ ਕਰਕਟ ਹੇਠਾਂ ਬੈਠ ਜਾਂਦਾ ਹੈ। ਠੋਸ ਰਹਿੰਦ ਖੂੰਹਦ ਜੋ ਕਿ ਤਲ 'ਤੇ ਸੈਟਲ ਹੋ ਜਾਂਦੀ ਹੈ ਖਾਦ ਵਜੋਂ ਵਰਤੀ ਜਾਂਦੀ ਹੈ। 12th ਹੈ ਟੈਂਪਰੇਰੀ ਲੈਟਰਿਨ ਯਾਨੀ ਆਰਜੀ ਤੌਰ 'ਤੇ ਬਣਾਈਆਂ ਲੈਟਰਿਨ। ਇਹ ਪਖਾਨੇ ਲੰਬੇ ਟੋਏ ਪੁੱਟ ਕੇ ਅਸਥਾਈ ਤੌਰ 'ਤੇ ਬਣਾਏ ਜਾਂਦੇ ਹਨ। ਇਹ ਲੈਟਰਿਨ ਆਮ ਤੌਰ 'ਤੇ NCC ਕੈਂਪ ਮੇਲਿਆਂ ਫੌਜ ਕੈਂਪਾਂ ਦੌਰਾਨ ਬਣਾਈਆਂ ਜਾਂਦੀਆਂ ਹਨ। ਇਹ ਲੈਟਰਿਨ ਆਮ ਤੌਰ 'ਤੇ ਇਸ ਢੰਗ ਨਾਲ ਬਣੇ ਹੁੰਦੇ ਹਨ ਤਾਂ ਜੋ ਇਹਨਾਂ ਦੀ ਵਰਤੋਂ 2 ਤੋਂ 7 ਦਿਨਾਂ ਦੇ ਸਮੇਂ ਲਈ ਹੀ ਕੀਤੀ ਜਾ ਸਕੇ। ਲੈਟਰਿਨ ਦੀ ਵਰਤੋਂ ਕਰਨ ਤੋਂ ਬਾਅਦ ਮਿੱਟੀ ਦੇ ਨਾਲ ਇਸ ਨੂੰ ਢੱਕ ਦਿੱਤਾ ਜਾਂਦਾ ਹੈ। ਸੋ ਇਹ ਤਾਂ ਸੀ ਡਿਫਰੈਂਟ ਟਾਈਪਸ ਆਫ ਲੈਟਰਿਨ। ਹੁਣ ਗੱਲ ਕਰਦੇ ਹਾਂ ਆਪਾਂ ਦ ਯੂਜ਼ਸ ਆਫ ਲੈਟਰਿਨ ਯਾਨੀ ਲੈਟਰਿਨਾਂ ਦੀ ਵਰਤੋਂ। ਇਹਨਾਂ ਦਾ ਉਪਯੋਗ ਅੱਜ ਵੀ ਭਾਰਤ ਸਮੇਤ ਵਿਕਾਸਸ਼ੀਲ ਦੇਸ਼ਾਂ ਦੇ ਲੋਕ ਖੁੱਲ੍ਹੇਆਮ ਟਾਲ ਮਟੋਲ ਕਰਦੇ ਹਨ। ਖੋਜ ਅਧਿਐਨ ਦਰਸਾਉਂਦੇ ਹਨ ਕਿ ਵਿਸ਼ਵ ਦੀ 15% ਆਬਾਦੀ ਅਜੇ ਵੀ ਰਵਾਇਤੀ ਕਿਸਮ ਦੀ ਲੈਟਰਿਨ ਦੀ ਵਰਤੋਂ ਕਰਦੀਆਂ ਹਨ। ਸਫਾਈ ਕਰਨ ਵਾਲਿਆਂ ਨੂੰ ਇਸ ਕਿਸਮ ਦੀਆਂ ਲੈਟਰਿਨ ਹੱਥੀਂ ਸਾਫ਼ ਕਰਨਾ ਪੈਂਦਾ ਹੈ। ਹਾਲਾਂਕਿ ਭਾਰਤ ਸਮੇਤ ਕਈ ਦੇਸ਼ਾਂ ਨੇ ਇਸ ਪ੍ਰਥਾ 'ਤੇ ਰੋਕ ਲਗਾਈ ਹੈ। ਇਹ ਪ੍ਰਥਾ ਅੱਜ ਵੀ ਭਾਰਤ ਦੇ ਕੁਝ ਪੇਂਡੂ ਖੇਤਰਾਂ ਵਿੱਚ ਪ੍ਰਚਲਿਤ ਜਾਪਦੀ ਹੈ। ਭਾਰਤ ਦੇ ਸ਼ਹਿਰਾਂ ਦੇ ਨਾਲ ਲਗਭਗ 22% ਪੇਂਡੂ ਖੇਤਰਾਂ ਵਿੱਚ ਪਖਾਨਿਆਂ ਤੱਕ ਪਹੁੰਚ ਨਹੀਂ ਹੈ। ਲੋਕ ਵਾਤਾਵਰਣ ਦੇ ਪ੍ਰਦੂਸ਼ਣ ਵੱਲ ਲਿਜਾਣ ਵਾਲੇ ਪਾਣੀ ਦੇ ਸਰੋਤਾਂ ਨੇੜੇ ਖੁੱਲ੍ਹੇ ਵਿੱਚ ਮਲ ਤਿਆਗ ਕਰਦੇ ਹਨ। ਇਹਨਾਂ ਦੀ ਸਮੱਸਿਆ ਦੇ ਨਿਕਾਸ ਨੂੰ ਕਾਫੀ ਹੱਦ ਤੱਕ ਹੱਲ ਕੀਤਾ ਜਾ ਸਕਦਾ ਹੈ। ਇਹ ਪਖਾਨੇ ਮਨੁੱਖ ਦੇ ਬਾਹਰ ਨਿਕਲਣ ਦੇ ਸਾਫ਼ ਸੁਥਰੇ ਢੰਗਾਂ ਲਈ ਸੁਰੱਖਿਅਤ ਹਨ। ਹਾਲਾਂਕਿ ਲੋਕ ਬਹੁਤ ਜ਼ਿਆਦਾ ਖਰਚਾ ਅਤੇ ਰੱਖ ਰਖਾਅ ਦੇ ਕਾਰਨ ਆਪਣੇ ਘਰਾਂ ਦੇ ਇਸ ਪ੍ਰਕਾਰ ਦੇ ਲੈਟਰਿਨ ਬਣਾਉਣ ਤੋਂ ਬਚਦੇ ਹਨ ਅਤੇ ਉਹ ਖੁੱਲ੍ਹੇ ਵਿੱਚ ਜਾਣਾ ਪਸੰਦ ਕਰਦੇ ਹਨ। ਹਾਲਾਂਕਿ ਵਾਤਾਵਰਣ ਲਈ ਬਹੁਤ ਖਤਰਨਾਕ ਹੈ। ਇਹ ਜ਼ਰੂਰੀ ਹੈ ਕਿ ਮਨੁੱਖਾਂ ਦੇ ਪਦਾਰਥਾਂ ਦੇ ਪ੍ਰਦੂਸ਼ਣ ਅਤੇ ਵਾਤਾਵਰਣ ਉੱਤੇ ਇਸ ਦੇ ਪ੍ਰਭਾਵ ਕਾਰਨ ਹੋਣ ਵਾਲੇ ਪ੍ਰਦੂਸ਼ਣ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਆਜ਼ਾਦੀ ਤੋਂ ਬਾਅਦ ਇਸ ਦਿਸ਼ਾ ਵਿੱਚ ਕੋਸ਼ਿਸ਼ਾਂ ਜਾਰੀ ਹਨ। ਵੱਖ-ਵੱਖ ਸਰਕਾਰਾਂ ਨੇ ਸਰਕਾਰੀ ਖਰਚੇ 'ਤੇ ਲੈਟਰਿਨ ਬਣਾਉਣ 'ਤੇ ਜ਼ੋਰ ਦਿੱਤਾ। ਮੌਜੂਦਾ ਸਰਕਾਰ ਨੇ ਹਰ ਘਰ ਵਿੱਚ ਪਖਾਨੇ ਬਣਾਉਣ ਦਾ ਵਾਅਦਾ ਕੀਤਾ ਹੈ। ਸਰਕਾਰ 2019 ਤੱਕ ਪੇਂਡੂ ਖੇਤਰਾਂ ਵਿੱਚ 12 ਕਰੋੜ ਲੈਟਰਿਨ ਬਣਾਉਣ ਦਾ ਟੀਚਾ ਰੱਖ ਰਹੀ ਹੈ। ਕੇਂਦਰ ਸਰਕਾਰ ਨੇ ਇਸ ਮੰਤਵ ਲਈ 1.95 ਲੱਖ ਕਰੋੜ ਅਲਾਟ ਕੀਤੇ ਹਨ। ਸਾਲ 2014 ਤੋਂ 15 ਦਰਮਿਆਨ ਭਾਰਤ ਦੇ ਪੇਂਡੂ ਇਲਾਕਿਆਂ ਵਿੱਚ 31.83 ਲੱਖ ਤੋਂ ਵੱਧ ਪਖਾਨਿਆਂ ਦਾ ਨਿਰਮਾਣ ਕੀਤਾ ਜਾ ਚੁੱਕਿਆ ਹੈ। ਕਰਨਾਟਕਾ ਲੈਟਰਿਨ ਦੇ ਨਿਰਮਾਣ ਵਿੱਚ ਮੋਹਰੀ ਹੈ ਅਤੇ ਪੰਜਾਬ ਸਭ ਤੋਂ ਪਿੱਛੇ ਹੈ। ਵੱਖ-ਵੱਖ ਰਾਜਾਂ ਵਿੱਚ ਲੈਟਰਿਨ ਬਣਾਉਣ ਲਈ ਸਬਸਿਡੀ ਦਾ ਪ੍ਰਬੰਧ ਉਹਨਾਂ ਦੀਆਂ ਜ਼ਰੂਰਤਾਂ ਦੇ ਆਧਾਰ 'ਤੇ ਕੀਤਾ ਜਾਂਦਾ ਹੈ। ਲੈਟਰਿਨ ਦੇ ਨਿਰਮਾਣ ਸਰਕਾਰ BPL ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇ ਰਾਹੀਂ ਦੇ ਰਹੀ ਹੈ। ਫਲੱਸ਼ ਕਿਸਮ ਦੇ ਪਖਾਨੇ ਬਾਜ਼ਾਰ ਵਿੱਚ ਉਪਲਬਧ ਹਾਰਪਿਕ, ਫਰਨੈਲ, ਡੋਮੈਸਟਿਕ ਆਦਿ ਉਤਪਾਦਨ ਦੀ ਵਰਤੋਂ ਕਰਦੇ ਆਸਾਨੀ ਨਾਲ ਸਾਫ਼ ਅਤੇ ਕੀਟਾਣੂ ਰਹਿਤ ਕੀਤੇ ਜਾ
ਸਕਦੇ ਹਨ। ਸੈਨੇਟਰੀ ਫਲੱਸ਼ ਲੈਟਰਿਨ ਸੱਭਿਅਕ ਸਮਾਜ ਦਾ ਪ੍ਰਤੀਕ ਹਨ, ਇਸ ਲਈ ਹਰੇਕ ਵਿਅਕਤੀ ਆਪਣੇ ਘਰਾਂ ਵਿੱਚ ਲੈਟਰਿਨ ਨਿਰਮਾਣ ਕਰਵਾਏ। ਘਰੇਲੂ ਪਖਾਨੇ ਸੀਵਰੇਜ ਲਾਈਨ ਨਾਲ ਜੁੜੇ ਹੋਏ ਹਨ ਜੋ ਮਨੁੱਖੀ ਰਹਿੰਦ ਖੂੰਹਦ ਦੇ ਨਿਪਟਾਰੇ ਲਈ ਸੁਰੱਖਿਅਤ ਅਤੇ ਆਸਾਨ ਢੰਗ ਹਨ। ਅੱਜ ਹਰ ਇੱਕ ਵਿਅਕਤੀ ਨੂੰ ਪੂਰੇ ਪਰਿਵਾਰ ਦੇ ਮਨੁੱਖੀ ਵਿਕਾਸ ਦੇ ਨਿਪਟਾਰੇ ਲਈ ਵਿਅਕਤੀਗਤ ਟੈਂਕੀ ਟੋਏ ਆਦਿ ਬਣਾਉਣ ਦੀ ਜ਼ਰੂਰਤ ਨਹੀਂ ਹੈ। ਘਰੇਲੂ ਸੀਵਰੇਜ ਨੂੰ ਜਨਤਕ ਸੀਵਰੇਜ ਨਾਲ ਜੋੜ ਕੇ ਮਨੁੱਖੀ ਨਿਕਾਸ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ। ਅਜਿਹੇ ਵਿੱਚ ਖੁੱਲ੍ਹੇ ਵਿੱਚ ਟਾਲ ਮਟੋਲ ਕਰਨਾ ਹਾਸੋਹੀਣ ਹੈ, ਇਸ ਲਈ ਇਸ ਦੀ ਮਨਾਹੀ ਕਰਨਾ ਜ਼ਰੂਰੀ ਹੈ। ਸੋ ਸਟੂਡੈਂਟਸ, ਇਹ ਸੀ ਤੁਹਾਡਾ ਅੱਜ ਦਾ ਟੌਪਿਕ।